ਅੱਜ ਸਹੁੰ ਚੁੱਕਣ ਦਾ ਸਮਾਗਮ ਕਰਿਆ। ਨਹੀਂ ਤਾਂ ਪਹਿਲਾਂ ਰਾਜ ਮਹਿਲਾਂ 'ਚ ਹੁੰਦੇ ਸੀ ਪ੍ਰੋਗਰਾਮ, ਜਾਂ ਉੱਥੇ ਆਪਣੇ ਘਰਾਂ 'ਚ ਹੁੰਦੇ ਸੀ ਇਹਨਾਂ ਦੇ। ਕਦੇ ਕਿਸੇ ਨੂੰ ਇੱਦਾਂ ਕੋਈ ਸੱਦਾ ਪੱਤਰ ਨਹੀਂ ਹੁੰਦਾ ਸੀ। ਵੈਰੀ ਇੰਪੋਰਟੈਂਟ ਪਰਸਨ ਅੰਦਰ ਜਾਂਦੇ ਸੀ। ਹੁਣ ਦੇਖੋ ਇੱਕ ਆਮ ਬੰਦਾ ਵੀ ਅੱਜ ਇਸ ਸਹੁੰ ਚੁੱਕ ਸਮਾਗਮ 'ਚ ਪਹੁੰਚਿਆ ਹੈ। ਅਸੀਂ ਆਉਣ ਵਾਲੇ ਬੱਚਿਆਂ ਦਾ ਬਹੁਤ ਵਧੀਆ ਫਿਊਚਰ ਹੋ ਜਾਣਾ ਜੀ। ਅਸੀਂ ਤਾਂ ਚਲੋ ਤੁਸੀਂ ਤਾਂ 5 ਸਾਲ ਉਸਦੇ, ਅਸੀਂ ਉਸਦੇ 25 ਸਾਲ ਸਰਕਾਰ ਕਿੱਥੇ ਨਹੀਂ ਲਾ ਸਕਦੇ ਦੂਜੀ ਪਾਰਟੀ ਆ ਜੀ। ਹਰ ਵਾਰ ਬਦਲਾਅ ਮੰਗਦੇ ਸੀ, ਪਰ ਆਹ ਪਾਰਟੀ ਨੇ ਸਾਰੇ ਇਕੱਠੇ ਕਰਕੇ ਆਪਣਾ ਜੀ ਪੂਰਾ ਆਜ਼ਾਦੀ ਲਿਆ ਦੇ। ਇਹਨਾਂ ਨੇ ਬੜਾ ਗੰਦ ਪਾਇਆ ਸੀਗਾ ABC ਵਾਲੇ, ਅਕਾਲੀ ਬਾਦਲ ਤੇ ਕਾਂਗਰਸ ਵਾਲਿਆਂ ਨੇ। ਇਹ ਨਾ ਹੋਵੇ ਕਿ ਜਦੋਂ ਲਾਗੂ ਕਰਨ ਦਾ ਸਮਾਂ ਆ ਜੇ ਤੇ ਮਨਪ੍ਰੀਤ ਬਾਦਲਾਂ ਨੂੰ ਕਹਿ ਦੇਣ ਖਜ਼ਾਨਾ ਖਾਲੀ ਆ। ਇਹ ਖਜ਼ਾਨਾ ਤਾਂ ਭਰੇ ਹੀ ਰਹਿਣਾ ਜੀ। ਇਹ ਤਾਂ ਹੁਣ ਮੋਦੀ ਖਾਨਾ ਹੈ। ਡਾਕਟਰ ਅੰਬੇਦਕਰ ਜੀ ਦਾ ਸੁਪਨਾ ਸੀਗਾ ਵੀ ਉਹਦਾ ਸੁਪਨਾ ਕੇਜਰੀਵਾਲ ਜੀ ਪੂਰਾ ਕਰਨਗੇ, ਉਹਨਾਂ ਦੇ ਵਾਅਦੇ ਤੇ ਉਤਰਨਗੇ। ਜਿੱਥੇ ਬਾਦਲਾਂ ਦੀ, ਸੁਖਬੀਰ ਬਾਦਲ ਦੀ ਫੋਟੋ ਲੱਗੀ ਹੁੰਦੀ ਹਰ ਥਾਣੇ ਦੇ ਵਿੱਚ, ਹੁਣ ਉਹਦੇ ਜਗ੍ਹਾ ਦੇ ਉੱਤੇ ਡਾਕਟਰ ਅੰਬੇਦਕਰ ਦੀ ਤੇ ਸਰਦਾਰ ਭਗਤ ਸਿੰਘ ਦੀ ਫੋਟੋ ਲੱਗੂਗੀ। ਇਹ ਸਾਡਾ ਦੇਸ਼ ਅਸਲੀ ਪੰਜਾਬ ਹੁਣ ਸੀ, ਆਪਣਾ ਅਸਲੀ ਆਜ਼ਾਦ ਹੁਣ ਹੋਇਆ। ਬਹੁਤ ਜੁੱਤੀਆਂ ਖਾਧੀਆਂ ਸੀ। ਵੱਡੀ ਤਾਦਾਦ ਦੇ ਵਿੱਚ ਲੋਕਾਂ ਦਾ ਇਕੱਠ ਹੈ। ਦੂਰ ਦਰੇਡੇ ਤੋਂ ਲੋਕ ਆਪ ਮੁਹਾਰੇ ਚੱਲ ਕੇ ਆ ਰਹੇ ਨੇ। ਕੁਝ ਮਾਤਾਵਾਂ ਨੇ, ਕੁਝ ਵੀਰ ਨੇ। ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ, ਉਹਨਾਂ ਕੋਲੋਂ ਜਾਣਕਾਰੀ ਲਵਾਂਗੇ। ਆਮ ਆਦਮੀ ਪਾਰਟੀ ਦੀ ਨਵੀਂ ਸਰਕਾਰ ਚੁਣੀ ਗਈ ਹੈ। ਬਹੁਤ ਵੱਡੇ ਫਰਕ ਦੇ ਨਾਲ ਚੋਣ ਹੋਈ ਹੈ ਭਗਵੰਤ ਮਾਨ ਜੀ ਦੀ, ਔਰ ਜਿੰਨੀ ਵੀ ਉਹਨਾਂ ਦੀ ਸਮੁੱਚੀ ਟੀਮ ਹੈ। ਤਾਂ ਕੀ ਸੋਚਦੀਆਂ ਨੇ ਭੈਣਾਂ, ਕੀ ਸੋਚਦੇ ਨੇ ਬਜ਼ੁਰਗ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਲੈਣੇ। ਮਾਤਾ ਜੀ ਕਿਹੜੀ ਜਗ੍ਹਾ ਤੋਂ ਆਏ ਹੋ? ਮੋਟੇ ਮਾਜਰਾ ਜੀ ਪਿੰਡ ਮੋਹਾਲੀ ਤੋਂ। ਕੀ ਸੋਚਦੇ ਹੋ ਆਮ ਆਦਮੀ ਪਾਰਟੀ ਬਾਰੇ? ਅੱਜ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵਰਕਰ ਨੇ ਜਾਂ ਨੁਮਾਇੰਦੇ ਨੇ, ਉਹਨਾਂ ਵਾਸਤੇ ਬਹੁਤ ਇੱਕ ਖੁਸ਼ੀ ਭਰਿਆ ਦਿਨ ਹੈ। ਕਹਿ ਸਕਦੇ ਕਿ ਪੰਜਾਬ ਦੇ ਲੋਕਾਂ ਦਾ ਇੱਕ ਸੁਪਨਾ ਸੀ ਕਿ ਭਗਵੰਤ ਮਾਨ ਆ ਜਿਹੜਾ ਪੰਜਾਬ ਦਾ CM ਹੋਣਾ ਚਾਹੀਦਾ ਹੈ। ਜਿਸ ਹਿਸਾਬ ਦੇ ਨਾਲ ਪਿਛਲੇ ਸਮੇਂ ਦੇ ਦਰਮਿਆਨ ਉਹਨਾਂ ਦੀ ਭੂਮਿਕਾ ਰਹੀ, ਕੀ ਸੋਚਦੇ ਹੋ ਉਹਨਾਂ ਬਾਰੇ? ਬਹੁਤ ਵਧੀਆ ਸੋਚਦੇ ਆ ਵੀ ਸਾਡੇ ਵਾਸਤੇ ਚੰਗਾ ਹੀ ਹੋਏਗਾ, ਜੋ ਕੋਈ ਚੰਗਾ ਹੋਏਗਾ। ਪਹਿਲਾਂ ਸਰਕਾਰਾਂ ਤੋਂ ਅਸੀਂ ਬਹੁਤ ਤੰਗ ਸੀ, ਹੁਣ 70 ਸਾਲਾਂ ਤੋਂ ਲੁੱਟ ਖੋਹ ਚਲੇ ਗਈ। ਸਾਨੂੰ ਆਜ਼ਾਦੀ ਜਿਸ ਤਰ੍ਹਾਂ 70 ਸਾਲ ਹੋ ਗਏ ਲੁੱਟ ਰਹੀਆਂ ਨਾ ਸਰਕਾਰਾਂ, ਇਹ ਨਾ ਹੋਵੇ। ਬੱਚਿਆਂ ਦਾ ਵੀ ਭਲਾਈ ਹੋਵੇ, ਸਾਰਿਆਂ ਦੀ ਹੋਵੇ। ਪੁਲਿਸ ਵਾਲੇ ਜਿਸ ਤਰ੍ਹਾਂ ਸਾਰਾ ਗਰੀਬਾਂ ਦੇ ਸਾਰ ਹੋਣ ਹੁੰਦਾ ਨਾ, ਉਹ ਚੰਗੀ ਤਰ੍ਹਾਂ ਹੋਵੇ। ਤੁਸੀਂ ਕਹਿੰਦੇ 70 ਸਾਲ ਹੋ ਗਏ ਜਿਹੜੀ ਸਰਕਾਰ ਲੁੱਟ ਰਹੀ ਹੈ, ਤੇ ਫਿਰ ਕੀ ਮੰਨਿਆ ਜਾਵੇ ਕਿ ਪੰਜਾਬ ਦੇ ਜਿਹੜੇ ਲੋਕ, ਪੰਜਾਬ ਦੇ ਲੋਕ ਸੀ, ਉਹ ਸੁੱਤੇ ਰਹੇ ਨੇ 70 ਸਾਲ ਤੱਕ? ਦੇਖਦੇ ਰਹੇ ਉਹ ਵੀ ਹੁਣ ਕਰਨਗੇ। ਉਹਨਾਂ ਨੇ ਕੁਝ ਨਹੀਂ ਕਰਿਆ। ਉਹ ਲੋਕ ਕਿਹੜੇ ਸੀ ਜਿਹੜੇ ਕਦੇ ਕਿਸੇ ਪਾਰਟੀ ਦਾ ਝੰਡਾ ਚੁੱਕੀ ਫਿਰਦੇ ਸੀ, ਕਦੇ ਕੋਈ ਕਹਿੰਦਾ ਸੀ ਮੈਂ ਪੱਕਾ ਟਕਸਾਲੀ? ਸੋਚੀ ਸਾਰਿਆਂ ਨੂੰ ਆ ਗਈ। ਤੁਹਾਨੂੰ ਦਿਖ ਰਿਹਾ, ਖੁਦ ਦਿਖ ਰਿਹਾ ਆਪਣੇ ਆਪ ਨੂੰ। ਇਹ ਨਾ ਹੋਵੇ ਹੁਣ ਕਿ ਅਗਲੀ ਵਾਰ ਨੂੰ ਜਿਹੜਾ ਉਹ ਕਿਸੇ ਨੇ ਕਾਂਗਰਸ ਦਾ ਝੰਡਾ ਚੱਕਿਆ ਹੋਵੇ, ਕਿਸੇ ਨੇ ਅਕਾਲੀ ਦਲ ਬਾਦਲ ਨੂੰ ਵੋਟ ਪਾਈ ਹੈ। ਹੁਣ ਤਾਂ ਝਾੜੂ ਦਾ ਹੀ ਝੰਡਾ ਹੋਏਗਾ ਭਾਈ ਜੀ। ਝਾੜੂ ਦਾ ਬਣੇਗਾ ਜੋ ਕੁਝ ਬਣੇਗਾ। ਬਹੁਤ ਮਹਾਰਾਜ ਝਾੜੂ ਸਾਰਾ ਦਿਨ ਝਾੜੂ ਰਾਜ ਜੀ। ਬੰਦੇ ਤਾਂ ਦੇਖੇ ਨਹੀਂ, ਝਾੜੂ ਦੇਖਿਆ ਸੀ, ਬੰਦਾ ਨਹੀਂ ਦੇਖਿਆ ਸੀ। ਬਹੁਤ ਵੱਡੀ ਖੁਸ਼ੀ ਹੈ ਭੈਣਾਂ ਦੇ ਮਨਾਂ ਦੇ ਵਿੱਚ ਵੀ, ਕਿਉਂਕਿ ਪੰਜਾਬ ਦੇ ਲੋਕਾਂ ਦਾ ਸੁਪਨਾ ਸੀ। ਨੌਜਵਾਨ ਵੀਰ ਨੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਲੈਣੇ। ਬਾਈ ਕੀ ਸੋਚਦੇ ਹੋ ਭਗਵੰਤ ਮਾਨ ਦੀ? ਜਦੋਂ ਗੱਲ ਕੀਤੀ ਜਾਂਦੀ ਹੈ ਤਾਂ ਇੱਕ ਸਧਾਰਨ ਪਰਿਵਾਰ ਤੋਂ ਪਿਛੋਕੜ ਹੈ ਉਹਨਾਂ ਦਾ, ਸਧਾਰਨ ਨੇ ਉਹ। ਉਹਨਾਂ ਨੇ ਆਪਣੇ ਨਾਟਕਾਂ ਦੇ ਦੌਰਾਨ ਜਾਂ ਕਮੇਡੀ ਫਿਲਮਾਂ ਦੇ ਦੌਰਾਨ ਉਹ ਸ਼ੋਅ ਕਰਕੇ ਦੱਸੇ ਜਿਹੜੇ ਪੰਜਾਬ ਦੀ ਅਸਲੀਅਤ ਸੀ। ਤੁਸੀਂ ਕੀ ਸੋਚਦੇ ਹੋ ਉਹਨਾਂ ਬਾਰੇ? ਭਾਈ ਜੀ ਤੁਸੀਂ ਆਪ ਹੀ ਸਾਰੀ ਗੱਲ ਦੱਸਤੀ ਕਿ ਭਗਵੰਤ ਮਾਨ ਇੱਕ ਸਧਾਰਨ ਪਰਿਵਾਰ 'ਚੋਂ ਉੱਠੇ ਹੈ। ਸਧਾਰਨ ਪਰਿਵਾਰ 'ਚੋਂ ਉੱਠ ਕੇ ਤਾਂ ਹੀ ਅੱਜ ਖਟਕੜ ਕਲਾਂ ਸ਼ਹੀਦਾਂ ਦੇ ਜੱਦੀ ਪਿੰਡ ਅੱਜ ਸਹੁੰ ਚੁੱਕਣ ਦਾ ਸਮਾਗਮ ਕਰਿਆ। ਨਹੀਂ ਤਾਂ ਪਹਿਲਾਂ ਰਾਜ ਮਹਿਲਾਂ 'ਚ ਹੁੰਦੇ ਸੀ ਪ੍ਰੋਗਰਾਮ, ਜਾਂ ਉੱਥੇ ਆਪਣੇ ਘਰਾਂ 'ਚ ਹੁੰਦੇ ਸੀ ਇਹਨਾਂ ਦੇ। ਕਦੇ ਕਿਸੇ ਨੂੰ ਇੱਦਾਂ ਕੋਈ ਸੱਦਾ ਪੱਤਰ ਨਹੀਂ ਹੁੰਦਾ ਸੀ। ਵੈਰੀ ਇੰਪੋਰਟੈਂਟ ਪਰਸਨ ਅੰਦਰ ਜਾਂਦੇ ਸੀ। ਹੁਣ ਦੇਖੋ ਇੱਕ ਆਮ ਬੰਦਾ ਵੀ ਅੱਜ ਇਸ ਸਹੁੰ ਚੁੱਕ ਸਮਾਗਮ 'ਚ ਪਹੁੰਚਿਆ ਹੈ, ਤੇ ਹਰ ਇੱਕ ਬੰਦਾ ਆਪਣਾ ਯੋਗਦਾਨ ਪਾ ਰਿਹਾ ਹੈ। ਸ਼ਹੀਦ ਆਜ਼ਮ ਭਗਤ ਸਿੰਘ ਜੀ ਦੀ ਇੱਕ ਨਵੀਂ ਸੋਚ ਨੂੰ ਲੈ ਕੇ ਜੋ ਲੋਕ ਜੁੜੇ ਹੋਏ ਨੇ, ਉਹ ਸਾਰੇ ਦੇਖ ਰਹੇ ਨੇ ਕਿ ਅੱਜ ਲੱਖਾਂ ਦੇ ਵਿੱਚ ਉਰੇ ਇਕੱਠ ਹੋ ਰਿਹਾ ਹੈ। ਭਗਵੰਤ ਮਾਨ ਜੀ ਹੁਣ ਪਹੁੰਚਣ ਵਾਲੇ ਨੇ। ਮੈਂ ਚਾਹੂੰਗਾ ਆਪਾਂ ਮੋਹਾਲੀ ਹਲਕੇ ਤੋਂ ਆਉਂਦੇ ਹਾਂ, ਮੋਹਾਲੀ ਹਲਕੇ ਨੂੰ ਵੀ ਬਣਦਾ ਮਾਨ ਸਤਿਕਾਰ ਦਿੱਤਾ ਜਾਵੇ, ਤੇ ਸਾਡੇ ਕੁਲਵੰਤ ਸਿੰਘ MLA ਜੀ ਨੂੰ ਕੈਬਨਿਟ 'ਚ ਕੋਈ ਜਗ੍ਹਾ ਦਿੱਤੀ ਜਾਵੇ। ਤੋ ਨਹੀਂ, ਕੁਲਵੰਤ ਸਿੰਘ ਵਾਸਤੇ ਕੋਈ ਜਗ੍ਹਾ ਮੰਗਦੇ ਹੋ ਕੈਬਨਿਟ ਦੇ ਵਿੱਚ? ਪੰਜਾਬ ਦੇ ਲੋਕਾਂ ਵਾਸਤੇ ਕੀ ਮੰਗਦੇ ਹੋ? ਪੰਜਾਬ ਦੇ ਵਿੱਚ ਚਿੱਟਾ ਵਿਕਦਾ ਸ਼ਰੇਆਮ, ਪੰਜਾਬ ਦਾ ਨੌਜਵਾਨ ਬੇਰੁਜ਼ਗਾਰ ਹੈ, ਪੜ੍ਹੀ ਲਿਖੀ ਕਰੀਮ ਵਿਦੇਸ਼ ਵਿੱਚ ਜਾ ਰਹੀ ਹੈ, ਉਹਨਾਂ ਲੋਕਾਂ ਵਾਸਤੇ ਕੀ ਮੰਗਦੇ ਹੋ? ਪੰਜਾਬ ਦੇ ਲੋਕਾਂ ਵਾਸਤੇ ਭਗਵੰਤ ਮਾਨ ਜੀ ਹੈਗੇ ਆ। ਕਰਪਸ਼ਨ ਫ੍ਰੀ ਪੰਜਾਬ ਬਣੂਗਾ। ਹੈਗੇ ਨਹੀਂ, ਮਸਲੇ ਹੱਲ ਕਰਨੇ ਪੈਣਗੇ। ਲੱਗਦਾ ਕਿਹੜੇ ਮਸਲੇ ਹੱਲ ਕਰਨ ਵਾਲੇ? ਸਭ ਤੋਂ ਪਹਿਲਾਂ ਮਸਲੇ ਦੇਖੋ, ਤੁਸੀਂ 4-5 ਦਿਨਾਂ 'ਚ ਦੇਖ ਲਓ। ਮੈਂ ਮੋਹਾਲੀ ਦੇ ਤਹਿਸੀਲ 'ਚ ਕੰਮ ਜਾ ਕੇ ਆਇਆ, ਉੱਥੇ ਵੀ ਫਰਕ ਨਜ਼ਰ ਆਉਣ ਲੱਗ ਗਿਆ। ਹਸਪਤਾਲਾਂ 'ਚ ਫਰਕ ਨਜ਼ਰ ਆਉਣ ਲੱਗ ਗਿਆ।
ਜਿੱਥੇ ਵੀ ਤੁਸੀਂ ਚਲੇ ਜਾਓ ਕਿਸੇ ਵੀ ਸਰਕਾਰੀ ਦਫ਼ਤਰ ਹਰ ਪਾਸੇ ਫਰਕ ਹੀ ਫਰਕ ਨਜ਼ਰ ਆ ਰਿਹਾ ਹੈ। ਆਮ ਆਦਮੀ ਦੀ ਸੁਣਵਾਈ ਹੋ ਰਹੀ ਹੈ, ਹਰ ਇੱਕ ਬੰਦੇ ਦੀ ਉੱਥੇ ਪੁੱਛ ਹੋ ਰਹੀ ਹੈ। ਕੋਈ ਅਫਸਰ ਵੀ ਡਰਨ ਲੱਗੇ, ਰਿਸ਼ਵਤ ਲੈਣ ਤੋਂ ਡਰਦੇ ਹੈ। ਸਟਾਫ ਵੀ ਅੱਗੇ ਤੋਂ ਕਾਫੀ ਸੁਧਾਰ ਹੋ ਗਿਆ ਹੈ, ਤਾਂ ਆਉਣ ਵਾਲੇ ਟਾਈਮ ਵਧੀਆ ਹੀ ਹੋਊਗਾ। ਬਾਈ ਕੀ ਦੇਖਦੇ ਅਸੀਂ ਆਉਣ ਵਾਲੇ ਬੱਚਿਆਂ ਦਾ ਬਹੁਤ ਵਧੀਆ ਫਿਊਚਰ ਹੋ ਜਾਣਾ ਜੀ। ਤੁਸੀਂ ਅਸੀਂ ਤਾਂ ਚਲੋ ਤੁਸੀਂ ਤਾਂ 5 ਸਾਲ ਉਸਦੇ ਅਸੀਂ ਉਸਦੇ 25 ਸਾਲ ਇਹ ਸਰਕਾਰ ਕਿੱਥੇ ਨਹੀਂ ਲਾ ਸਕਦੇ ਦੂਜੀ ਪਾਰਟੀ ਆ ਜੀ। ਤੇ ਭਗਵੰਤ ਮਾਨ ਦੀ ਇਹ ਜੀ ਸੋਚ ਅਸੀਂ 2014 ਤੋਂ ਉਹਦੇ ਨਾਲ ਜੁੜੇ ਹੋਏ ਹਾਂ। ਤੇ ਪੂਰੇ ਮੋਹਾਲੀ ਹਲਕੇ 'ਚ ਇੱਕ ਮੋਟੇ ਮਾਜਰਾ ਪਿੰਡ ਹੈ ਜਿੱਥੋਂ ਸਭ ਤੋਂ ਵੱਧ ਲੀਡ ਲੈਂਦਾ ਜੀ। 2014 17 ਸਾਰੇ ਮਤਲਬ ਸਾਰੇ ਵਾਰੀ ਹੁਣ ਵੀ ਨਾ ਪੂਰੇ ਮੋਹਾਲੀ ਸਾਡੇ ਪਿੰਡ ਤੋਂ ਸਭ ਤੋਂ ਵੱਡੀ ਲੀਡ ਨਾਲ ਜਿੱਤਿਆ ਜੀ ਕੁਲਵੰਤ ਸਿੰਘ ਜੀ। ਬਾਬਾ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ? ਅਸੀਂ ਵਿਧਾਨ ਸਭਾ ਹਲਕਾ ਖੰਨਾ ਤੋਂ ਆਏ ਜੀ, ਜਿੱਥੇ ਦੇ ਐਮਐਲਏ ਧਰਮਪ੍ਰੀਤ ਸਿੰਘ ਸੌਂਦ ਨੇ ਜੀ, ਤੇ ਅਸੀਂ ਬੜੇ ਬਹੁਮਤ ਦੇ ਨਾਲ ਉਹਨਾਂ ਨੂੰ ਜਿਤਾਇਆ। ਪਹਿਲਾਂ ਵੋਟ ਕਿਹਨੂੰ ਪਾਉਂਦੇ ਸੀ? ਸਭ ਤੋਂ ਪਹਿਲਾਂ ਜੀ ਮੈਂ ਤਾਂ ਤੀਜੀ ਪਾਰਟੀ ਨੂੰ ਪਾਉਂਦਾ ਰਿਹਾ। ਸਭ ਤੋਂ ਪਹਿਲਾਂ ਬਹੁਜਨ ਸਮਾਜ ਪਾਰਟੀ ਨੂੰ ਪਾਉਂਦਾ ਰਿਹਾ ਮੈਂ, ਫਿਰ ਪਤੰਗ ਉਹਨਾਂ ਨੂੰ ਪਾਈ ਹੈ। ਹਰ ਵਾਰ ਬਦਲਾਅ ਮੰਗਦਾ ਸੀ, ਪਰ ਆਹ ਪਾਰਟੀ ਨੇ ਸਾਰੇ ਇਕੱਠੇ ਕਰਕੇ ਆਪਣਾ ਜੀ ਪੂਰਾ ਆਜ਼ਾਦੀ ਲਿਆਤੀ। ਆਜ਼ਾਦੀ ਕਿਵੇਂ ਮੰਨਦੇ ਹੋ ਵੀ ਆਜ਼ਾਦੀ ਕਿਵੇਂ? ਆਜ਼ਾਦੀ ਇਸ ਕਰਕੇ ਆਈ ਵੀ ਜਿਹੜੇ ਵਾਅਦੇ ਕੀਤੇ ਨੇ ਜਾਂ ਗਰੰਟੀਆਂ ਦਿੱਤੀਆਂ ਨੇ ਉਹ ਸਾਰੀਆਂ ਉਹਨਾਂ ਨੇ ਕਹਿਤਾ ਜਿੱਤਣ ਤੋਂ ਬਾਅਦ ਵੀ ਇਹ ਪੂਰੀਆਂ ਹੋਣਗੀਆਂ ਤੇ ਹੋਣੀਆਂ ਵੀ ਲਾਜ਼ਮੀ ਨੇ। ਕਿੰਨਾ ਕੁ ਸਮਾਂ ਲੱਗ ਜਾਊਗਾ? ਸਮਾਂ ਤਾਂ ਜੀ ਸਟਾਰਟ ਹੋ ਗਿਆ ਜੀ। ਹਾਂ, ਮੇਰੇ ਹਿਸਾਬ ਨਾਲ ਵੀ 6 ਮਹੀਨੇ 'ਚ ਸਾਰੀ ਪੂਰੀ ਕਰ ਦੇਣਗੇ। ਇੱਕ ਬਿਜਲੀ ਦਾ ਰਹਿ ਜਾਊਗਾ ਜਿਹੜਾ ਕਹਿੰਦੇ ਵੀ 24 ਘੰਟੇ ਮਿਲੂਗੀ, ਉਹ ਮੈਨੂੰ ਲੱਗਦਾ ਵੀ 1.5 ਸਾਲ ਲੱਗ ਸਕਦਾ, ਕਿਉਂਕਿ ਮੇਨਟੇਨੈਂਸ ਨੂੰ ਬੜਾ ਟਾਈਮ ਲੱਗਣਾ। ਇਹਨਾਂ ਨੇ ਬੜਾ ਗੰਦ ਪਾਇਆ ਹੋਇਆ ਸੀਗਾ ABC ਵਾਲੇ, ਅਕਾਲੀ ਬਾਦਲ ਤੇ ਕਾਂਗਰਸ ਵਾਲਿਆਂ ਨੇ। ਇਹ ਨਾ ਹੋਵੇ ਕਿ ਜਦੋਂ ਲਾਗੂ ਕਰਨ ਦਾ ਸਮਾਂ ਆ ਜੇ ਤੇ ਮਨਪ੍ਰੀਤ ਬਾਦਲਾਂ ਨੂੰ ਕਹਿ ਦੇਣ ਖਜ਼ਾਨਾ ਖਾਲੀ ਆ। ਇਹ ਖਜ਼ਾਨਾ ਤਾਂ ਭਰੇ ਹੀ ਰਹਿਣਾ ਜੀ। ਇਹ ਤਾਂ ਹੁਣ ਮੋਦੀ ਖਾਨਾ ਹੈ। ਇਹ ਤਾਂ ਸੁਲਤਾਨਪੁਰ ਲੋਧੀ ਵਾਲਾ ਖਾਨਾ ਹੈ। ਇਹ ਤਾਂ 20 ਰੁਪਏ ਨਾਲ ਲੰਗਰ ਚੱਲਣ ਵਾਲਾ ਕੰਮ ਗੱਲਬਾਤ ਹੈ। ਉਹ ਗੁਰੂ ਨਾਨਕ ਦੇ ਜਿਹੜੇ 20 ਰੁਪਏ ਚਲਾਏ ਸੀ ਨਾ, ਅੱਜ ਉਹ ਜਿਹੜੇ ਜਿਨ੍ਹਾਂ ਨੇ ਸਾਡੇ ਦੇਸ਼ ਲਈ ਕੁਰਬਾਨੀਆਂ ਕੀਤੀਆਂ ਨੇ, ਉਸ ਤਰ੍ਹਾਂ ਦੇ ਵਿੱਚ ਲੰਗਰ ਚੱਲਣਗੇ, ਪੰਗਤਾਂ ਲੱਗਣਗੀਆਂ। ਹਰ ਵਰਗ ਦਾ ਗੋਡੇ ਨਾਲ ਗੋਡਾ ਜੋੜ ਕੇ ਬੈਠੂਗਾ। ਹਿੰਦੂ ਮੁਸਲਮਾਨ ਸਿੱਖ ਈਸਾਈ ਸਾਰੇ ਹਮ ਭਾਈ ਭਾਈ। ਉਹ ਨਾਰਾ ਬੁਲੰਦ, ਜੈ ਜਵਾਨ ਜੈ ਕਿਸਾਨ, ਰੋਟੀ ਕੱਪੜਾ ਔਰ ਮਕਾਨ, ਇਹ ਸਾਰੇ ਨਾਰੇ ਹੁਣ ਬੁਲੰਦ ਹੋ ਚੁੱਕੇ ਨੇ। ਮੈਂ ਅੱਜ ਉਹਨਾਂ ਨੂੰ ਸਰਦਾ ਦੇ ਫੁੱਲ ਭੇਟ ਕਰਦਾ ਜਿਨ੍ਹਾਂ ਨੇ 750 ਕਿਸਾਨਾਂ ਨੇ ਆਪਣੇ ਜਾਨਾਂ ਗਵਾ ਕੇ ਸ਼ਹੀਦ ਹੋ ਕੇ, ਬਾਕੀ ਜਿਹੜੇ ਰਹਿੰਦੇ ਜਿਨ੍ਹਾਂ ਨੇ ਧਰਨੇ ਵਿੱਚ ਹਿੱਸਾ ਪਾਇਆ, ਉਸ ਲਹਿਰ ਦੇ ਵਿੱਚ ਹਿੱਸਾ ਪਾਇਆ, ਜਿਉਂਦੇ ਸ਼ਹੀਦ ਨੇ ਸਾਰੇ। ਇਹਨਾਂ ਨੇ ਇੱਕ ਲਹਿਰ ਐਸੀ ਪੈਦਾ ਕਰਕੇ ਆਮ ਆਦਮੀ ਪਾਰਟੀ ਦੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਜਿਤਾ ਕੇ ਤੇ CM ਬਣਾ ਅੱਜ ਸਹੁੰ ਚੁੱਕਣਾ ਪਾਉਂਦੇ ਬਰਾਬਰ ਸਾਰੇ। ਅੱਜ ਦੇਖੋ, ਸਭ ਨੂੰ ਗੌਰ ਵਾਲੀ ਗੱਲ ਸੁਣਨ ਵਾਲੀ ਇਹ ਹੈ ਕਿ ਸ਼ਹੀਦ ਭਗਤ ਸਿੰਘ ਦੇ ਨਾਲ ਵੀ ਪੱਬਾ ਗੱਗਾ ਤੱਤਾ ਲੱਗਦਾ। ਪੱਬਾ ਗੱਗਾ ਮੂਹਰੇ ਲੱਗਦਾ ਭਗਵੰਤ ਜੀ ਨਾਲ, ਤੇ ਤੱਤਾ ਲਾਸਟ ਫਿਰ ਭਗਵੰਤ ਜੀ ਨਾਲ ਲੱਗਦਾ, ਤੇ ਪੱਬਾ ਗੱਗਾ ਤੱਤਾ ਭਗਤ ਜੀ ਨਾਲ ਲੱਗਦਾ। ਚਿੱਠਾ ਕਿਹੜਾ ਲੈ ਕੇ ਆਓ? ਕੀ ਲਿਖ ਕੇ ਇਹ ਸਾਨੂੰ ਹੁਣ ਦਿੱਤਾ ਜੀ, ਇਹਦੇ ਹੁਣ ਪੜ੍ਹੀ ਹੈ। ਇਹਦੇ ਵਿੱਚ ਲਿਖਿਆ ਹੈ ਵੀ ਜਿਵੇਂ ਹਾਂਜੀ, ਜਿਵੇਂ ਡਾਕਟਰ ਅੰਬੇਦਕਰ ਜੀ ਦਾ ਸੁਪਨਾ ਸੀਗਾ ਵੀ ਉਹਦਾ ਸੁਪਨਾ ਕੇਜਰੀਵਾਲ ਜੀ ਪੂਰਾ ਕਰਨਗੇ। ਉਹਨਾਂ ਦੇ ਵਾਅਦੇ ਤੇ ਉਤਰਨਗੇ। ਜਿੱਥੇ ਬਾਦਲਾਂ ਦੀ, ਸੁਖਬੀਰ ਬਾਦਲ ਦੀ ਫੋਟੋ ਲੱਗੀ ਹੁੰਦੀ ਹਰ ਥਾਣੇ ਦੇ ਵਿੱਚ, ਹੁਣ ਉਹਦੇ ਜਗ੍ਹਾ ਦੇ ਉੱਤੇ ਡਾਕਟਰ ਅੰਬੇਦਕਰ ਦੀ ਤੇ ਸਰਦਾਰ ਭਗਤ ਸਿੰਘ ਦੀ ਫੋਟੋ ਲੱਗੂਗੀ। ਪੰਜਾਬ ਦੀ ਗੱਲ ਹੈ, ਕਈ ਵਾਰ ਤਾਂ ਜਿਹੜੇ ਪੰਜਾਬ ਦੇ ਲੋਕ ਬਹੁਤਿਆਂ ਨੂੰ ਹਿੰਦੀ ਭਾਸ਼ਾ ਆਉਂਦੀ ਨਹੀਂ, ਇਹ ਹਿੰਦੀ ਵਿੱਚ ਲਿਖਿਆ ਹੈ, ਪੰਜਾਬ ਦੀ ਗੱਲ ਹੈ, ਤਾਂ ਲੱਗਦਾ ਨਹੀਂ ਕਿ ਹਿੰਦੀ ਵਿੱਚ ਲਿਖਣ ਦੀ ਬਜਾਏ ਪੰਜਾਬੀ ਦੇ ਵਿੱਚ ਲਿਖਿਆ ਹੋਣਾ ਚਾਹੀਦਾ? ਹਾਂਜੀ, ਉਹ ਪਤਾ ਕੀ ਹੈ ਜੀ, ਉਹ ਵੀ ਇਹ ਦੂਜੀ ਸਟੇਟ ਤੋਂ ਚੱਲ ਕੇ ਆਏ ਹੋਣਗੇ ਵਿਚਾਰੇ, ਜਿਨ੍ਹਾਂ ਨੇ ਵੰਡੇ ਨੇ ਇਹ ਦੂਜੀ ਸਟੇਟ ਤੋਂ ਆਏ ਨੇ ਜੀ। ਇਹ ਪੰਜਾਬ ਵਾਲੇ ਬਹੁਤ ਧੰਨਵਾਦੀ ਆ ਵੀ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਆ ਕੇ ਭਾਵੇਂ ਆਪਣੀ ਭਾਸ਼ਾ ਹੀ ਲੈ ਕੇ ਆਏ ਨੇ, ਪਰ ਅਸੀਂ ਤਾਂ ਆਪਣੀ ਪੰਜਾਬੀਅਤ ਨੂੰ ਕਾਇਮ ਰੱਖਣਾ ਜੀ। ਸਾਡੀ ਮਾਂ ਬੋਲੀ ਪੰਜਾਬੀ ਹੈ। ਥੱਲੇ ਜਿਹੜੇ ਨੰਬਰ ਦਿੱਤੇ ਹੋਏ ਆ, ਆਮ ਆਦਮੀ ਪਾਰਟੀ ਦੇ ਨੰਬਰ ਦਿੱਤੇ ਹੋਏ ਨੇ, ਤਾਂ ਦੂਜੀ ਸਟੇਟ ਵਾਲੇ ਕਿਵੇਂ ਮੰਨਦੇ ਹੋ ਕਿ ਆਮ ਆਦਮੀ ਪਾਰਟੀ ਹੈ ਜਿਹੜੀ ਉਹਨਾਂ ਵੱਲੋਂ ਛਪਵਾਏ ਨਹੀਂ ਹੋ ਸਕਦੇ, ਜਾਂ ਕੋਈ ਹੋਰ ਪਾਰਟੀ ਜਾਂ ਕੋਈ ਹੋਰ ਧਿਰ ਛਪਵਾ ਕੇ ਲਿਆਈ? ਉਹਨਾਂ ਦੇ ਛਪਵਾਏ ਨੇ ਅੱਗੇ ਖੜੇ ਨੇ ਜੀ, ਉਹ ਵੀ ਆਪਣੇ ਦੇ ਰਹੇ ਨੇ, ਪੰਜਾਬੀ ਦੇ ਵਿੱਚ ਲਿਖੇ ਹੋਏ ਨੇ, ਉਹ ਅੱਗੇ ਨੇ, ਉਹ ਵੀ ਅਸੀਂ ਜਾ ਕੇ ਪ੍ਰਾਪਤ ਕਰ ਲੈਣੇ ਨੇ। ਇਸ ਤਰ੍ਹਾਂ ਜੇ ਅੰਦਰ ਐਂਟਰ ਹੋਣ ਲੱਗੇ ਆ ਅੰਦਰ ਆਪਣੇ ਜਾ ਕੇ। ਸੋ ਮੈਂ ਇਹੀ ਗੁਜ਼ਾਰਿਸ਼ ਕਰੂੰਗਾ ਵੀ ਆਪਾਂ ਨੇ ਸ਼ਹੀਦ ਭਗਤ ਸਿੰਘ ਦੀ ਜਿਹੜੀ ਸੋਚ ਹੈ ਉਹ ਅਮਰ ਰੱਖਣੀ ਹੈ। 100 ਸਾਲ ਤੱਕ ਆਪਾਂ ਆਮ ਆਦਮੀ ਨੇ ਰਾਜ ਕਰਨਾ ਹੈ, ਰਲ ਮਿਲ ਕੇ। ਇਕੱਲੇ ਭਗਵੰਤ ਮਾਨ ਜੀ ਦਾ ਕੰਮ ਨਹੀਂ ਹੈਗਾ, ਇਕੱਲੇ ਦੀ ਡਿਊਟੀ ਬਣਦੀ ਹੈ ਕਿ ਅਸੀਂ ਆਲੇ ਦੁਆਲੇ ਦੀ ਸਫਾਈ ਰੱਖੀਏ। ਹਾਂਜੀ, ਲੋਕਾਂ ਦੀ ਸੇਵਾ ਕਰਨੀ ਹੈ ਵੀ ਤਾਂ ਕਿ 100 ਸਾਲ ਤੱਕ ਆਮ ਆਦਮੀ ਪਾਰਟੀ ਦਾ ਰਾਜ ਰਹੇ। ਇਸ ਦੇ ਨਾਲ ਮੈਂ ਖੰਨੇ ਤੋਂ ਦਦਾਰ ਸਿੰਘ ਬੱਲ, ਸਭ ਦੇ ਮਸਲੇ ਹੋਣਗੇ ਹੱਲ। ਕਿਹੜੀ ਜਗ੍ਹਾ ਤੋਂ ਆਏ ਹੋ ਜੀ ਤੁਸੀਂ? ਮੈਂ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਮੈਂ ਬਾਈ ਜੀ ਦੁਲਵਾਣਾ ਪੰਚਾਇਤ ਮੈਂਬਰ ਪਿੰਡ ਕੋਕਰ ਚਮਕੌਰ ਸਾਹਿਬ ਤੋਂ ਆਏ ਹਾਂ। ਅਸੀਂ ਚੰਨੀ ਦੇ ਚੋਂ ਆਏ ਹਾਂ। ਅਸੀਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇਖ ਕੇ ਮੈਨੂੰ ਰਾਜੇਵਾਲ ਸਾਹਿਬ ਦਾ ਚੇਤਾ ਆ ਗਿਆ। ਸਾਰੇ ਕੁਝ ਨਹੀਂ ਹੁੰਦੇ, ਸਾਡਾ ਸਮਰਥਕ ਹੈ ਇਹਨਾਂ ਨੂੰ। ਸਾਰੇ ਬੰਦੇ ਕੁਝ ਨਹੀਂ, ਸਾਰੇ ਪ੍ਰੈਸੇ ਕੁਝ ਨਹੀਂ ਹੁੰਦੇ। ਤੁਸੀਂ ਨਿੱਜੀ ਤੌਰ ਤੇ ਸਮਰਥਨ? ਬਿਲਕੁਲ, ਅਸੀਂ ਇਹਨਾਂ ਦਾ ਸਮਰਥਨ ਕੀਤਾ, ਕਤਗੜ ਸਾਹਿਬ ਚਮਕੌਰ ਸਾਹਿਬ, ਤੇ ਸਾਡਾ ਪੂਰਾ ਸਮਰਥਕ। ਅਸੀਂ ਜਿਤਾਇਆ ਇਹਨਾਂ ਨੂੰ, ਬਹੁਤ ਨਾਲ ਜਿਤਾਇਆ ਇਹਨੂੰ ਅਸੀਂ। ਤੇ ਸਾਡੀ ਹੁਣ ਇਹ ਹੈ ਕਿ ਸਾਡਾ ਦੇਸ਼ 1966 ਤੋਂ ਲੈ ਕੇ ਹੁਣ ਆਜ਼ਾਦ ਹੋਇਆ ਪੰਜਾਬ। ਸਾਡਾ ਪੰਜਾਬ ਹੁਣ ਆਜ਼ਾਦ ਹੋਇਆ। ਉਹ ਕਿਵੇਂ ਹੋਇਆ? ਇਹ ਹੋਇਆ ਵੀ ਸਾਨੂੰ ਪਹਿਲਾਂ 70 ਸਾਲ 75 ਚੋਰਾਂ ਨੇ ਲੁੱਟਿਆ ਹੀ ਆ।
ਵੋਟ ਲੈ ਲਈ, ਜਾ ਕੇ ਕਮਰੇ 'ਚ ਬਹਿ ਗਏ, ਜੇ ਮਿਲ ਜਾਣਾ ਹੈ ਨਹੀਂ ਜੀ ਮੰਤਰੀ ਸਾਹਿਬ ਇੱਥੇ, ਨੋ। ਅਸੀਂ ਨਹੀਂ ਇਦਾਂ ਹੋਊਗਾ। ਹੁਣ ਕਿਉਂ ਹੋਊਗਾ? ਹੁਣ ਸਾਡੇ ਮਾਨ ਸਾਹਿਬ ਜਿੰਦਾਬਾਦ ਨੇ, ਕੱਲੇ ਪਿੰਡ 'ਚ ਫਿਰਨਗੇ, ਇਹ ਕੱਲੇ ਇਲਾਕੇ 'ਚ ਫਿਰਨਗੇ ਮੰਤਰੀ ਜਿੰਨੇ ਵੀ ਸਾਡੇ ਬਣਨਗੇ। ਹੁਣ MLA ਵਰਕਰ, ਤੁਹਾਨੂੰ ਵੀ ਜਵਾਬਦਾਰੀ ਆ, ਮੈਨੂੰ ਵੀ, ਇਹਨਾਂ ਨੂੰ ਜਵਾਬਦਾਰੀ ਆ, ਸਾਡੀ ਜਵਾਬਦਾਰੀ ਆ, ਹੁਣ ਮੇਰੀ ਵੀ ਜਵਾਬਦਾਰੀ ਬਣਦੀ ਆ। ਮੈਂ ਕਿਹੜਾ ਸਕੂਲ ਚੈੱਕ ਕਰ ਸਕਦਾ? ਮੈਨੂੰ ਵੀ ਅਧਿਕਾਰ ਆ ਉਹ। ਅੱਜ ਅਗਰ ਰਿਪੋਰਟ ਵੀ ਆ ਸਕੂਲ ਜਾ ਮਾਸਟਰ ਲੇਟ ਪਹੁੰਚਿਆ, ਇੱਥੇ ਆ ਲੇਟ ਪਹੁੰਚਿਆ, ਸਾਨੂੰ ਰਿਪੋਰਟ ਕਿੱਥੇ ਕਰੋਗੇ ਫਿਰ? ਅਸੀਂ ਕਰਾਂਗੇ ਆਪਣੇ ਮੰਤਰੀ ਸਾਹਿਬ ਨੂੰ, ਜਾਂ ਸਾਡਾ ਹਲਕਾ ਇੰਚਾਰਜ ਉਹਨੂੰ ਕਰਾਂਗੇ ਅਸੀਂ, ਉਹ ਅੱਗੇ ਰਿਪੋਰਟ ਕਰੂਗਾ। ਠੀਕ ਹੈ ਜੀ। ਤੇ ਸਾਡਾ ਦੇਸ਼ ਅਸਲੀ ਪੰਜਾਬ ਹੁਣ ਸੀ, ਆਪਣਾ ਅਸਲੀ ਆਜ਼ਾਦ ਹੁਣ ਹੋਇਆ। ਬਹੁਤ ਜੁੱਤੀਆਂ ਖਾਧੀਆਂ ਸੀ, 75 ਸਾਲ ਅਸੀਂ ਛਿੱਤਰੇ ਖਾਧੇ ਆ। ਹੁਣ ਸਾਨੂੰ ਇਹੋ ਜਿਹੇ ਮੰਤਰੀ ਮਿਲ ਗਏ ਕਿ ਦੁਨੀਆ 'ਚ ਕਿਸੇ ਨੂੰ ਮਿਲਣਾ ਹੀ ਨਹੀਂ। ਇਹ ਤਾਂ ਹੁਣ ਠੰਡੇ ਬਸਤੇ ਲੈ ਕੇ ਆਪਣੇ ਉੱਪਰ ਚੱਲ ਜਾਣ, ਪਹਾੜਾਂ 'ਚ ਕਿਤੇ ਉੱਥੇ ਬੈਠਣ, 20-25 ਸਾਲ ਆਉਣ ਨਾ ਮੁੜ ਕੇ ਵਾਪਸ। ਇੱਕ ਇਹ ਵੀ ਗੱਲ ਲੋਕ ਕਹਿੰਦੇ ਨੇ ਕਿ ਪੰਜਾਬ ਦੇ ਪਾਣੀਆਂ ਦੀ ਲੁੱਟ ਬਹੁਤ ਜ਼ਿਆਦਾ ਹੋਈ, ਵੱਡੀ ਤਾਦਾਦ ਦੇ ਵਿੱਚ ਜਿਹੜਾ ਲੁੱਟ ਕੀਤੀ ਗਈ, ਪਰ ਆਮ ਆਦਮੀ ਪਾਰਟੀ ਵੀ ਇਸ ਬਾਰੇ ਕਲੈਰਿਟੀ ਨਹੀਂ ਦੇ ਸਕੀ ਕਿ ਜਿਹੜੇ ਪੰਜਾਬ ਦੇ ਪਾਣੀਆਂ ਦਾ ਮੁੱਲ ਹੈ ਉਹ ਪੰਜਾਬ ਨੂੰ ਮਿਲੇਗਾ ਜਾਂ ਨਹੀਂ। ਸਾਰਾ ਕੁਝ ਮਿਲੇਗਾ ਜੀ। ਦੇਖੋ ਮੇਰੀ ਗੱਲ ਸੁਣੋ, ਇਹ ਹਾਈ ਲੈਵਲ ਦੀ ਗੱਲ ਆ। ਦੇਖੋ ਅਸੀਂ ਇੱਦਾਂ ਕਦੇ ਦਿਖਾਈ ਨਹੀਂ ਜਾ ਸਕਦੇ, ਇਹ ਹਾਈ ਲੈਵਲ ਦੀ ਗੱਲ ਆ, ਮੰਤਰੀਆਂ ਦੀ ਗੱਲ ਆ। ਅੱਜ ਤੱਕ ਤੁਹਾਡੇ ਵਰਗੇ ਇੱਕ ਵਰਕਰ ਨਾਲ ਕੰਮ ਕਰਨ ਵਾਲੇ ਅਸੀਂ ਬਿਲਕੁਲ ਕੰਮ ਕੀਤਾ, ਇਮਾਨਦਾਰੀ ਨਾਲ ਕੰਮ ਕੀਤਾ।